ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਗੁਰੂ ਪਿਆਰਿਓ, ਮਨ ਬਿਰਤੀਆਂ ਇਕਾਗਰ ਕਰੀਏ। ਸਤਿਗੁਰਾਂ ਦੀ ਪਾਵਨ ਗੁਰਬਾਣੀ ਦੇ ਅੰਗ ਹਨ 1288। ਬਿਨਾਂ ਗੁਰਬਾਣੀ ਤੋਂ ਇਸ ਮਨ ਨੂੰ ਕੋਈ ਨਹੀਂ ਇਸ ਵੇਲੇ ਸੋਝੀ ਦੇਣ ਵਾਲਾ, ਕੋਈ ਨਹੀਂ ਸਮਝਾਉਣ ਵਾਲਾ। ਇਸ ਭਰੀ ਹੋਈ ਦੁਨੀਆ ਦੇ ਵਿੱਚ ਮਨ ਗਵਾਚ ਗਿਆ ਹੈ, ਭੁੱਲ ਗਿਆ ਹੈ ਆਪਣੇ ਨਿਜ ਘਰ ਨੂੰ, ਆਪਣੇ ਅਕਾਲ ਪੁਰਖ ਵਾਹਿਗੁਰੂ ਪਰਮੇਸ਼ਰ ਜੀ ਨੂੰ। ਦੁਨੀਆ ਦੇ ਵਿੱਚ ਕਾਮ, ਕ੍ਰੋਧ, ਲੋਭ, ਮੋਹ, ਅਹੰਕਾਰ ਦੇ ਵਸ ਪੈ ਕੇ ਕਾਮ, ਕ੍ਰੋਧ, ਲੋਭ, ਮੋਹ, ਅਹੰਕਾਰ ਦੀ ਪਕੜ ਦੇ ਵਿੱਚ ਪਕੜਿਆ ਗਿਆ ਹੈ, ਫੜਿਆ ਗਿਆ ਹੈ। ਮਾਲਕ ਭੁੱਲ ਗਏ ਹਨ, ਸਿਮਰਨ ਭੁੱਲ ਗਿਆ ਹੈ, ਗੁਰਬਾਣੀ ਭੁੱਲ ਗਈ ਹੈ। ਹੋਰ ਹੀ ਭੁੱਖਾਂ ਮਨ ਵਿੱਚ ਪੈਦਾ ਹੋ ਗਈਆਂ ਹਨ। ਚਾਹੀਦਾ ਤੇ ਸੀ ਢਿੱਡ ਦੀ ਭੁੱਖ, ਰੋਟੀ ਦੀ ਭੁੱਖ, ਪਰ ਇਸ ਮਨ ਨੇ ਭੁੱਖਾਂ ਬੜੀਆਂ ਵਧਾ ਲਈਆਂ। ਭੁੱਖ ਦੇ, ਢਿੱਡ ਭਰਨ ਦੇ, ਪ੍ਰਸ਼ਾਦੇ ਦੇ ਇੰਤਜ਼ਾਮ ਮਾਲਕ ਨੇ ਕਰ ਦਿੱਤੇ ਹਨ। ਜਿਨੋ ਪਾਈ ਮੇਦਨੀ ਸੋਈ ਕਰਦਾ ਸਾਰ, ਘਟ ਘਟ ਮਾਲਕ ਦਿਲਾਂ ਕਾ ਸੱਚਾ ਪਰਵਦਗਾਰ। ਹਰ ਇੱਕ ਨੂੰ ਮਾਲਕ ਰੋਜ਼ੀ ਦੇ ਰਹੇ ਹਨ, ਰਿਜ਼ਕ ਦੇ ਰਹੇ ਹਨ। ਬਿਨਾਂ ਵਾਹਿਗੁਰੂ ਜੀ ਤੋਂ ਰਿਜ਼ਕ, ਰੋਟੀ ਕਿਸੇ ਦੇ ਹੱਥ ਵਿੱਚ ਨਹੀਂ। ਹੁਕਮ ਹਨ ਨਾ ਰਿਜ਼ਕ ਦਸਤ ਆਂ ਕਸੇ, ਕਿਸੇ ਹੋਰ ਦੇ ਹੱਥ ਵਿੱਚ ਰੋਜ਼ੀ ਨਹੀਂ ਹੈ। ਆਪਣੇ ਕਰਮਾਂ ਕਰਕੇ ਕਈ ਵਾਰੀ ਭੁੱਖੇ ਰਹਿਣਾ ਪੈਂਦਾ ਹੈ। ਮਾਲਕ ਨੇ ਤਾਂ ਜਨਮ ਦੁਨੀਆ ਵਿੱਚ ਮਗਰੋਂ ਹੋਇਆ ਹੈ, ਪਹਿਲਾਂ ਹੀ ਦੁੱਧ ਦੇ ਦਿੱਤਾ ਹੈ ਮਾਂ ਨੂੰ ਕਿ ਇਹ ਭੁੱਖਾ ਨਾ ਰਵੇ। 1288 ਅੰਗ ਹੈ, 1288। ਧੰਨ 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 ਸਾਹਿਬ ਸਤਿਗੁਰੂ ਜੀ, ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਪਵਿੱਤਰ ਪਾਵਨ ਗੁਰਬਾਣੀ ਦਾ ਸਤਿਗੁਰੂ ਜੀ ਫਰਮਾਉਂਦੇ ਹਨ, ਐ ਬੰਦਿਆ ਬਹੁਤਾ ਰੂਪ ਵੱਲ ਨਾ ਤੱਕਿਆ ਕਰ। ਇਹ ਵੀ ਇੱਕ ਕਾਰਨ ਹੈ ਜਿਸ ਕਰਕੇ ਤੇਰਾ ਵਾਹਿਗੁਰੂ ਜੀ ਨਾਲੋਂ, ਅਕਾਲ ਪੁਰਖ ਜੀ ਨਾਲੋਂ, ਪਰਮੇਸ਼ਰ ਜੀ ਨਾਲੋਂ ਵਿਛੋੜਾ ਪਿਆ ਰਹਿੰਦਾ ਹੈ। ਤੂੰ ਹੋਰ ਹੀ ਰੂਪ ਤੱਕਦਾ ਰਹਿੰਦਾ ਹੈ। ਰੂਪ ਤਾਂ ਤੱਕਣਾ ਸੀ ਸਤਿਗੁਰੂ ਜੀ ਦਾ, ਪਰ ਤੂੰ ਦੁਨੀਆ ਦੇ ਵਿੱਚ ਆ ਕੇ ਹੋਰ ਹੀ ਰੂਪਾਂ ਦੇ ਮਗਰ ਪੈ ਗਿਆ। ਗੁਰਬਾਣੀ ਵਿੱਚ ਸਮਝਾਉਂਦੇ ਹਨ, ਧੰਨ ਧੰਨ ਸਾਹਿਬ ਸਤਿਗੁਰੂ ਜੀ, ਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਮਹਾਰਾਜ ਜੀ।
ਸ਼ਲੋਕ ਮਹੱਲਾ ਪਹਿਲਾ। ਸ਼ਲੋਕ ਹਨ ਪਹਿਲੇ ਪਾਤਸ਼ਾਹ ਮਹਾਰਾਜ। ਗਿਆਨ ਧਿਆਨ ਕਿਛ ਕਰਮ ਨਾ ਜਾਣਾ, ਸਾਰ ਨਾ ਜਾਣਾ ਤੇਰੀ। ਸਭ ਤੇ ਵੱਡਾ ਸਤਿਗੁਰ ਨਾਨਕ, ਜਿਨ ਕਲ ਰਾਖੀ ਮੇਰੀ। ਸਤਿਗੁਰੂ ਜੀ ਅਕਾਲ ਪੁਰਖ ਵਾਹਿਗੁਰੂ ਜੀ ਦੇ ਨਾਲ ਜੁੜੇ ਹੋਏ ਹਨ। ਇਹ ਧੰਨ ਗੁਰੂ ਨਾਨਕ ਸਾਹਿਬ ਜੀ ਦਾ ਘਰ ਜਿਹੜਾ ਹੈ, ਇਹ ਅਕਾਲ ਪੁਰਖ ਜੀ ਦੇ ਨਾਲ ਜੋੜਦਾ ਹੈ, ਪਰਮੇਸ਼ਰ ਜੀ ਦੇ ਨਾਲ ਜੋੜਦਾ ਹੈ, ਵਾਹਿਗੁਰੂ ਜੀ ਦੇ ਨਾਲ ਜੋੜਦਾ ਹੈ। ਆਤਮਾ ਨੂੰ ਪਰਮਾਤਮਾ ਨਾਲ ਜੋੜਨ ਵਾਸਤੇ ਮਨ ਨੂੰ ਆਖਦਾ ਹੈ, ਮਨਾ ਆਤਮ ਮਹਿ ਰਾਮ, ਰਾਮ ਮਹਿ ਆਤਮ, ਚਿਨਸ ਗੁਰ ਵਿਚਾਰਾ। ਆਪਣੀ ਆਤਮਾ ਨਾਲ ਜੁੜ ਕੇ ਅਕਾਲ ਪੁਰਖ ਜੀ ਨੂੰ ਜਪਿਆ ਕਰ। ਸਤਨਾਮ ਸ੍ਰੀ ਵਾਹਿਗੁਰੂ। ਜਿਹੜੇ ਜਿਹੜੇ ਪਾਸੇ ਤੂੰ ਭੱਜਾ ਫਿਰਦਾ ਹੈ, ਹਰ ਬਿਨ ਹੋਰ ਨਾ ਪੂਜੋ, ਮੜੈ ਮਸਾਨ ਨਾ ਜਾਈ। ਜੇ ਮੜੀਆਂ ਵਿੱਚ ਜਾਵੇਂਗਾ ਤੇ ਜਿਹੜੀ ਬੋਡੀ ਹੈ, ਦੇਹ ਹੈ, ਤਨ ਹੈ, ਸਰੀਰ ਹੈ, ਤੂੰ ਉਹਨਾਂ ਦੀ ਪੂਜਾ ਮਗਰ ਲੱਗ ਜਾਵੇਂਗਾ। ਆਤਮਾ ਨਾਲ ਜੁੜਨ ਤੋਂ ਭੁੱਲ ਜਾਵੇਂਗਾ, ਕਿਉਂਕਿ ਆਤਮਾ ਪਰਮਾਤਮਾ ਦੀ ਅੰਸ਼ ਹੈ। ਕਹੋ ਕਬੀਰ, ਇਹ ਰਾਮ ਕੀ ਅੰਸ਼। ਜਦੋਂ ਵੀ ਧਿਆਨ ਧਰੋ, ਤਿਹ ਕੋ ਮਨ ਮੈਂ, ਜਿਹ ਕੋ ਅਮਤੋਜ, ਸਭੈ ਜਗ ਛਾਇਓ। ਜਦ ਤੱਕ ਆਤਮਾ ਨਾਲ ਨਹੀਂ ਜੁੜਦਾ, ਤਦ ਤੱਕ ਪਰਮਾਤਮਾ ਨਾਲ ਲਿਵ ਨਹੀਂ ਜੁੜਦੀ। ਆ ਜਿੰਨੀ ਦੁਨੀਆ ਹੈ, ਇਹ ਸਾਰਾ ਆਤਮ ਪਸਾਰਾ ਕਰਨ ਹਾਰਾ, ਪ੍ਰਭ ਬਿਨਾ ਨਹੀਂ ਜਾਣੀ। ਅਰਦਾਸ ਕਰਨੀ ਚਾਹੀਦੀ ਹੈ, ਸਤਿਗੁਰੂ ਜੀ ਕਿਰਪਾ ਕਰੋ, ਆਪਣੇ ਨਾਮ ਦੀ ਦਾਤ ਬਖਸ਼ਿਸ਼ ਕਰਨ ਦੀ ਕਿਰਪਾਲਤਾ ਕਰੋ। ਅਰਦਾਸਾਂ ਬੇਨਤੀਆਂ ਜੋਦੜੀਆਂ ਕਰੇ ਤਾਂ ਜਾ ਕੇ ਮਨ ਆਤਮਾ ਨਾਲ ਜੁੜਦਾ ਹੈ। ਜਦੋਂ ਆਤਮਾ ਨਾਲ ਜੁੜਦਾ ਹੈ, ਪਰਮਾਤਮਾ ਨਾਲ ਜੁੜ ਜਾਂਦਾ ਹੈ। ਕਿਉਂਕਿ ਆਤਮਾ ਇਸ ਦੇਹ ਨੂੰ ਮਿੱਟੀ ਬਣਾ ਕੇ, ਖਾਕ ਵਿੱਚ ਰਲਾ ਕੇ, ਸਵਾਹ ਵਿੱਚ, ਐਸ਼ ਵਿੱਚ ਮਿਲਾ ਕੇ ਛੱਡ ਜਾਂਦੀ ਹੈ। ਇਸ ਕਰਕੇ ਧੰਨ ਗੁਰੂ ਨਾਨਕ ਸਾਹਿਬ ਜੀ ਨੇ ਹੁਕਮ ਕੀਤੇ ਹਨ, ਆਤਮਾ ਨਾਲ ਜੁੜੋ, ਕਿਉਂਕਿ ਆਤਮਾ ਚਲੀ ਜਾਵੇਗੀ ਪਰਮਾਤਮਾ ਦੇ ਕੋਲ। ਤੁਹਾਡਾ ਕੀਤਾ ਹੋਇਆ ਭਜਨ, ਸਿਮਰਨ, ਬੰਦਗੀ, ਉਹਦੇ ਵਿੱਚੋਂ ਅਕਾਲ ਪੁਰਖ ਵਾਹਿਗੁਰੂ ਜੀ ਦਾ ਪਿਆਰ ਪ੍ਰਗਟ ਹੋਵੇਗਾ। ਜੇ ਦਿਆਂ ਮਗਰ ਲੱਗ ਜਾਵਾਂਗੇ, ਮੜੀਆਂ ਮਸਾਣਾਂ ਵਿੱਚ ਵੀ ਕਈ ਵਾਰੀ ਦੱਬੀਆਂ ਹੋਈਆਂ ਦੇਹਾਂ ਉੱਥੇ ਹੁੰਦੀਆਂ ਹਨ, ਸਰੀਰ ਉੱਥੇ ਹੁੰਦੇ ਹਨ। ਆਤਮਾ ਚਲੀ ਜਾਂਦੀ ਹੈ, ਸਰੀਰ ਦੱਬੇ ਰਹਿੰਦੇ ਹਨ, ਜਲ ਜਾਂਦੇ ਹਨ, ਬਲ ਜਾਂਦੇ ਹਨ। ਗੁਰਬਾਣੀ ਜਿਹੜੀ ਹੈ, ਉਸ ਪਾਸੇ ਧਿਆਨ ਜੋੜਨ ਵਾਸਤੇ ਨਹੀਂ ਮੰਨਦੀ। ਗੁਰਬਾਣੀ ਦੇ ਹੁਕਮ ਹਨ, ਅਕਾਲ ਪੁਰਖ ਜੀ ਨੂੰ ਜਪੋ,
ਆਪਣੀ ਆਤਮਾ ਨਾਲ ਜੁੜ ਕੇ ਜਪਿਆ ਕਰੋ ਸਤਨਾਮ ਸ੍ਰੀ ਵਾਹਿਗੁਰੂ। ਆਤਮਾ ਛੱਡ ਜਾਂਦੀ ਹੈ ਇਸ ਦੇਹ ਨੂੰ, ਫਿਰ ਇਸ ਦੇਹ ਦੇ ਮਗਰ ਕਿਉਂ ਲੱਗੀਏ। ਵਾਹਿਗੁਰੂ ਜੀ ਦਾ ਨਾਮ ਜਪੀਏ, ਅਕਾਲ ਪੁਰਖ ਜੀ ਦੀ ਬੰਦਗੀ ਕਰੀਏ, ਸਿਮਰਨ ਕਰੀਏ ਉਸ ਨਿਰੰਕਾਰ ਅਕਾਲ ਪੁਰਖ ਵਾਹਿਗੁਰੂ ਪਰਮੇਸ਼ਰ ਜੀ ਦਾ, ਜਿੱਥੇ ਆਤਮਾ ਨੇ ਚਲੀ ਜਾਣਾ ਹੈ। ਜਿਨ ਆਤਮ ਤਤ ਨ ਚੀਨਿਆ, ਜਿੰਨੇ ਮਰਜੀ ਧਰਮ ਹੋਣ, ਧੰਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਫਰਮਾਨ ਕਰਦੇ ਹਨ, ਜੇ ਆਤਮਾ ਤੱਕ ਹੀ ਨਹੀਂ ਪਹੁੰਚਾ ਇਹ ਮਨ, ਜਿਨ ਆਤਮ ਤਤ ਨ ਚੀਨਿਆ, ਸਭ ਫੋਕਟ ਧਰਮ ਅਬੀਨਿਆ। ਫਿਰ ਬਾਰ-ਬਾਰ ਹਨ। ਗੁਰਬਾਣੀ ਅੰਤਰਾਤਮਾ ਦੇ ਨਾਲ ਜੋੜਦੀ ਹੈ। ਅੰਮ੍ਰਿਤ ਬਾਣੀ ਘਟ ਤੇ ਉਚਰੋ, ਅੰਮ੍ਰਿਤ ਬਾਣੀ ਘਟ ਤੇ ਉਚਰੋ, ਆਤਮ ਕੋ ਸਮਝਾਵੋ। ਅੰਦਰੋਂ ਅੰਮ੍ਰਿਤ ਬਾਣੀ ਘਟ ਤੋਂ ਹਿਰਦੇ ਤੋਂ ਉਚਾਰਨ ਕਰੋ। ਮਨ ਨੂੰ ਆਖੋ ਮਨਾ, ਬਾਹਰਲੇ ਸਾਰੇ ਖਿਆਲ ਛੱਡ ਦੇ। ਜਿਹੜੀ ਆਤਮਾ ਨੇ ਪਰਮਾਤਮਾ ਦੇ ਕੋਲ ਜਾਣਾ ਹੈ, ਉਸ ਆਤਮਾ ਨਾਲ ਜੁੜ ਜਾਇਆ ਕਰ, ਆਪੇ ਮਨ ਤੈਨੂੰ ਸਮਝ ਪੈ ਜਾਵੇਗੀ। ਅੰਮ੍ਰਿਤ ਬਾਣੀ ਘਟ ਤੇ ਉਚਰੋ, ਆਤਮ ਕੋ ਸਮਝਾਵੋ। ਐ ਮਨਾ ਸਮਝ, ਆ ਦੁਨੀਆ ਦੇ ਰੂਪ ਰੰਗ, ਇਹਨਾਂ ਦੀ ਮੁਨਿਆਦ ਬਹੁਤ ਘੱਟ ਹੈ। 100 ਸਾਲ ਹੋਵੇਗੀ, ਵੱਧ ਘੱਟ ਵੀ ਹੋਵੇਗੀ। ਕਈ ਵਾਰੀ ਰਾਜ ਨਹੀਂ ਮੁੱਕਣ ਵਿੱਚ ਆਉਂਦਾ, ਪਰ ਉਮਰ ਮੁੱਕ ਜਾਂਦੀ ਹੈ। ਜਦ ਉਮਰ ਨਾ ਰਹੀ ਤੇ ਰਾਜ ਕਿਹਨੇ ਕਰਨਾ। ਇਸ ਕਰਕੇ ਨਾਨਾ ਪ੍ਰਕਾਰ ਦੇ ਦੁਨੀਆ ਤੇ ਰਾਜ ਕਰਨ ਵਾਲੇ ਰਾਜੇ ਮਹਾਰਾਜੇ ਹਨ। ਭਾਵੇਂ ਰਾਜ ਨਹੀਂ ਜਾਂਦਾ ਉਹਨਾਂ ਦੇ ਕੋਲੋਂ, ਪਰ ਉਮਰ ਚਲੀ ਜਾਂਦੀ ਹੈ। ਫਿਰ ਰਾਜ ਭਾਗ ਇਹ ਆਪਣੀ ਥਾਂ ਬਦਲ ਲੈਂਦਾ ਹੈ। 1288 ਅੰਗ ਹੈ ਧੰਨ ਧੰਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਪਾਵਨ ਗੁਰਬਾਣੀ ਦਾ। ਮਲਾਰ ਮਹੱਲਾ ਪਹਿਲਾ, ਪਹਿਲੇ ਪਾਤਸ਼ਾਹ ਜੀ ਦੇ ਬਚਨ ਹਨ, ਵੱਡੇ ਬਾਬਾ ਜੀ ਦੇ। ਸ਼ਲੋਕ ਮਹੱਲਾ ਪਹਿਲਾ। ਰੂਪਾਂ ਵੱਲ ਨਾ ਤੱਕਿਆ ਕਰ, ਰੂਪੈ ਕਾਮੈ ਦੋਸਤੀ। ਇਸ ਦੇਹੀ ਅੰਦਰ ਪੰਜ ਚੋਰ ਵਸਹਿ, ਕਾਮ ਕ੍ਰੋਧ ਲੋਭ ਮੋਹ ਅਹੰਕਾਰ। ਇਹ ਕਾਮ ਵੀ ਬੜਾ ਵੱਡਾ ਚੋਰ ਹੈ। ਇਕਾਂਤ ਦੇਖਦਿਆਂ ਹੀ ਧਰਮ ਤੋਂ ਡੇਗਣ ਦੀ ਕੋਸ਼ਿਸ਼ ਕਰਦਾ ਹੈ। ਇਹ ਜਿਹੜਾ ਕਾਮ ਹੈ, ਕਿਉਂਕਿ ਇਹਦੀ ਦੋਸਤੀ ਧੰਨ ਗੁਰੂ ਨਾਨਕ ਸਾਹਿਬ ਜੀ 1288 ਅੰਗ ਤੇ ਹੁਕਮ ਪੈ ਕਰਦੇ ਹਨ, ਰੂਪ ਨਾਲ ਹੈ। ਜਿਵੇਂ ਜਿਵੇਂ ਰੂਪ ਤੱਕਦਾ ਹੈ, ਤਿਵੇਂ ਤਿਵੇਂ ਇਹ ਥਿੜਕਣ ਲੱਗ ਪੈਂਦਾ ਹੈ, ਡਿੱਗ ਵੀ ਪੈਂਦਾ ਹੈ ਆਪਣੇ ਧਰਮ ਤੋਂ।
ਸਤਿਗੁਰੂ ਜੀ ਫਰਮਾਉਂਦੇ ਹਨ, ਗੁਰਬਾਣੀ ਪੜ੍ਹਿਆ ਕਰ, ਸਮਝਿਆ ਕਰ, ਇਹ ਜਿਹੜੇ ਰੂਪ ਹਨ ਬਿਊਟੀ ਐਂਡ ਸੈਕਸੁਅਲ ਡਿਜ਼ਾਇਰ ਆਰ ਫਰੈਂਡਸ, ਤੂੰ ਆਪਣੇ ਸਮਝਦਾ ਹੈ। ਇਹ ਤੇਰੇ ਕੋਈ ਨਹੀਂ। ਰਾਜ ਹੋਵੇ, ਮਾਲ ਹੋਵੇ, ਰੂਪ ਹੋਵੇ, ਇਹ ਸਭ ਠੱਗ ਹਨ। ਜਦੋਂ ਠੱਗ ਲੈਂਦੇ ਨੇ ਤੈਨੂੰ, ਉਸ ਵੇਲੇ ਆਪਣੇ ਆਪ ਨੂੰ ਤੱਕਿਆ ਕਰ, ਤੇਰੀ ਕੀ ਹਾਲਤ ਹੋ ਗਈ ਹੈ ਜਦੋਂ ਇਹ ਠੱਗ ਲੈਂਦੇ ਨੇ ਤੈਨੂੰ। ਇਹ ਸਾਰੇ ਠੱਗ ਹਨ। ਬੰਦਾ ਕਹਿੰਦਾ ਹੈ ਮੈਂ ਰਾਜ ਕਰ ਰਿਹਾ, ਪਰ ਨਹੀਂ, ਇਹ ਠੱਗਿਆ ਜਾ ਰਿਹਾ ਹੈ, ਕਿਉਂਕਿ ਪਰਮੇਸ਼ਰ ਵੱਲੋਂ ਇਹਦਾ ਧਿਆਨ ਟੁੱਟ ਜਾਂਦਾ ਹੈ, ਦੂਰ ਹੋ ਜਾਂਦਾ ਹੈ। ਰਾਜ ਵੱਲ ਹੀ ਧਿਆਨ ਲੱਗਾ ਰਹਿੰਦਾ ਹੈ, ਮਾਲਕ ਭੁੱਲ ਜਾਂਦੇ ਹਨ ਜਿਨ੍ਹਾਂ ਨੇ ਰਾਜ ਦਿੱਤਾ ਹੈ। ਰਾਜ ਮਾਲ ਅਨੇਕ, ਰਸ ਸੁਖ ਭੋਗਣ ਪੂਰੇ। ਸਾਰਾ ਸ਼ਬਦ ਤੁਸੀਂ ਆਪ ਪੜ੍ਹਨਾ, ਬੜਾ ਗਿਆਨ ਮਿਲੇਗਾ। ਇਹ ਸਭ ਠੱਗ ਹਨ। ਰਾਜ, ਮਾਲ, ਰੂਪ। ਕਈ ਵਾਰੀ ਜਾਤਾਂ ਦਾ ਬੜਾ ਮਾਣ ਹੁੰਦਾ ਹੈ। ਸਤਿਗੁਰਾਂ ਨੇ ਕਿਹਾ ਰਾਜ, ਮਾਲ, ਰੂਪ, ਜਾਤ, ਜੋਬਨ। ਕਈ ਵਾਰੀ ਜੋਬਨ, ਜਵਾਨੀ ਦਾ ਬੜਾ ਮਾਣ ਹੁੰਦਾ ਹੈ। ਮਹਾਰਾਜ ਕਹਿੰਦੇ ਹਨ ਇਹ ਤੇ ਢਲ ਜਾਣੀ ਹੈ ਜਿਵੇਂ ਸੂਰਜ ਢਲ ਜਾਂਦਾ ਹੈ। ਕਿਉਂ ਮਾਣ ਕਰਦਾ ਹੈ? ਇਹ ਤਾਂ ਸਟੈਪ 3 ਹਨ। ਬਾਲ, ਜਵਾਨੀ ਅਰ ਬਿਰਧ ਫੁਨ, 3 ਅਵਸਥਾ ਜਾਨ। ਨਾ ਮਾਣ ਕਰਿਆ ਕਰ। ਆਪਣੇ ਸਤਿਗੁਰਾਂ ਦੇ ਇਹਨਾਂ ਅੱਖਾਂ ਦੇ ਨਾਲ ਦਰਸ਼ਨ ਕਰਿਆ ਕਰ। ਆਖਿਆ ਕਰ ਦਰਸ਼ਨ ਦੇਖ ਜੀਵਾਂ ਗੁਰ ਤੇਰਾ, ਪੂਰਨ ਕਰਮ ਹੋਏ ਪ੍ਰਭ ਮੇਰਾ। ਆਪਣੇ ਗੁਰੂ ਦੇ ਦੀਦਾਰ ਕਰਿਆ ਕਰ, ਕਲਗੀਆਂ ਵਾਲੇ, ਬਾਜਾਂ ਵਾਲੇ ਸਤਿਗੁਰਾਂ ਦੇ। ਗੁਰਬਾਣੀ ਸੁਣਿਆ ਕਰ, ਤੈਨੂੰ ਸਮਝ ਪੈ ਜਾਵੇਗੀ। ਜਿਨ੍ਹਾਂ ਰੂਪਾਂ ਵੱਲ ਤੂੰ ਤੱਕਦਾ ਹੈ ਇਹ ਤਾਂ ਠੱਗ ਹਨ। ਜਦੋਂ ਤੂੰ ਠੱਗਿਆ ਜਾਂਦਾ ਹੈ ਉਦੋਂ ਤੈਨੂੰ ਪਤਾ ਲੱਗਦਾ ਹੈ ਮੈਂ ਤਾਂ ਲੁੱਟਿਆ ਗਿਆ, ਕਿਉਂਕਿ ਇਹ ਠੱਗ ਹਨ। ਪੂਰਾ ਸੈਂਟੈਂਸ ਪੜ੍ਹਨਾ ਗੁਰਬਾਣੀ ਵਿੱਚੋਂ। ਰਾਜ, ਮਾਲ, ਰੂਪ, ਜਾਤ, ਜੋਬਨ, ਪੰਜੇ ਠੱਗ। ਸਤਿਗੁਰੂ ਜੀ ਸਮਝਾਉਂਦੇ ਹਨ, ਧੰਨ ਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਜੀ, ਰੂਪੈ ਕਾਮੈ ਦੋਸਤੀ। ਇਹਨਾਂ ਦੀ ਬੜੀ ਡੂੰਘੀ ਦੋਸਤੀ ਹੈ। ਬਿਊਟੀ ਐਂਡ ਸੈਕਸੁਅਲ ਡਿਜ਼ਾਇਰ ਆਰ ਫਰੈਂਡਸ। ਇਹਨਾਂ ਨੂੰ ਸਮਝਣਾ ਕਰ। ਬਿਊਟੀ ਦੇਖਣੀ ਹੈ, ਆਪਣੇ ਪਰਿਵਾਰ ਦੀ ਤੱਕਿਆ ਕਰ। ਨਿਜ ਨਾਰੀ ਕੇ ਸੰਗ ਨਿਹੋ ਤੁਮ ਨਿਤ, ਨਿਜ ਨਾਰੀ ਕੇ ਸੰਗ ਨਿਹੋ ਤੁਮ ਨਿਤ ਬਡਈਓ। ਪਰ ਨਾਰੀ ਕੀ ਸੇਜ ਭੂਲ, ਸੁਪਨੇ ਹੋ ਨਾ ਜਾਈਓ। ਇਨਕਰੀਜ਼ your love with your own wife. Don't recline with another woman, not even in your dream. ਸਤਿਗੁਰੂ ਜੀ ਸਮਝਾਉਂਦੇ ਹਨ, ਇਹਨਾਂ ਅੱਖਾਂ ਨਾਲ ਗੁਰੂ ਦੇ ਦੀਦਾਰ ਕਰਿਆ ਕਰ, ਆਪਣੇ ਪਰਿਵਾਰ ਦੇ ਦੀਦਾਰ ਕਰਿਆ ਕਰ। ਹੋਰ ਰੂਪ ਸਾਰੇ ਐ ਮਨਾ ਤਿਆਗ ਦੇ, ਤੈਨੂੰ ਕੁਝ ਨਹੀਂ ਲੱਭਣਾ। ਇਸ ਗੱਲ ਨੂੰ ਸਮਝ ਲੈ, ਰੂਪ ਤੇ ਕਾਮ ਦੀ ਦੋਸਤੀ ਹੈ। ਗੁਰਬਾਣੀ ਨੂੰ ਸੁਣ ਕੇ ਇਹਨਾਂ ਨੇਤਰਾਂ ਨੂੰ, ਇਹਨਾਂ ਅੱਖਾਂ ਨੂੰ ਕੰਟਰੋਲ ਵਿੱਚ ਰੱਖਿਆ ਕਰ, ਕਾਬੂ ਵਿੱਚ ਰੱਖਿਆ ਕਰ। ਭੁੱਖੈ ਸਾਧੈ ਗੰਢ। ਜੇ ਬੰਦਾ ਭੁੱਖਾ ਹੋਵੇ, ਉਹਨੂੰ ਟੁੱਕਰ ਮਿਲ ਜਾਵੇ, ਟੁਕੜਾ ਰੋਟੀ ਦਾ ਮਿਲ ਜਾਵੇ, ਉਹਦਾ ਧਿਆਨ ਪ੍ਰਸ਼ਾਦੇ ਦੇ ਸਵਾਦ ਵੱਲ ਰਹਿੰਦਾ ਹੈ।
ਲੱਭੈ ਮਾਲੈ ਕੁਲ ਮਿਲ, ਮਿਚਲ ਉਂਗੈ ਸੌੜ ਪਲੰਗ। ਤੇ ਨੀਂਦਰ ਵਾਲੇ ਦਾ ਮਿਲਾਪ ਜਿਹੜਾ ਹੈ, ਭਾਵੇਂ ਸੌੜਾ ਪਲੰਗ ਹੋਵੇ, ਟੁੱਟਾ ਹੋਇਆ ਮੰਜਾ ਹੋਵੇ, ਉਹਦੇ ਤੇ ਵੀ ਝੱਟ ਸੌਂ ਜਾਂਦਾ ਹੈ, ਕਿਉਂਕਿ ਉਹ ਉਂਗਣ ਵਾਲੇ ਦਾ ਮਿਲਾਪ ਨੀਂਦਰ ਨਾਲ ਹੈ। ਭੌਂਕੈ ਕੋਪ ਖੁਆਰ ਹੋਏ, ਕਈ ਵਾਰੀ ਕ੍ਰੋਧ ਵਿੱਚ ਇੱਥੇ ਸਤਿਗੁਰਾਂ ਨੇ ਭੌਂਕੈ ਸ਼ਬਦ ਲੈ ਲਿਆ ਹੈ। ਭੱਬਾ ਟਿੱਪੀ ਊੜਾ ਔਂਕੜ ਕੱਕੇ ਨੂੰ ਦੋ ਲਾਵਾਂ ਹਨ। ਅੱਜ ਕੱਲ ਭੌਂਕੈ ਕਹਿ ਦਿਓ, ਲੋਕ ਗੁੱਸਾ ਕਰ ਜਾਂਦੇ ਹਨ। ਭਾਈ ਚੱਜ ਨਾਲ ਬੋਲ। ਸਤਿਗੁਰੂ ਸਮਝਾਉਂਦੇ ਹਨ, ਭੌਂਕੈ ਕੋਪ ਖੁਆਰ ਹੋਏ, ਜਿਹੜਾ ਭੌਂਕਦਾ ਹੈ ਗੁੱਸੇ ਦੇ ਵਿੱਚ, ਕਿਤੇ ਵੀ ਭੌਂਕਦਾ ਹੋਵੇ, ਉੱਚੀ ਉੱਚੀ ਗੁੱਸੇ ਵਿੱਚ ਰੌਲਾ ਪਾਉਂਦਾ ਹੋਵੇ, ਲੜਦਾ ਹੋਵੇ, ਕੋਪ ਕ੍ਰੋਧ ਨੂੰ ਫਰਮਾਇਆ ਹੈ ਸਤਿਗੁਰਾਂ ਨੇ, ਉਹ ਦੁੱਖ ਪਾਉਂਦਾ ਹੈ। ਆਪ ਪੜ੍ਹਨਾ 1288 ਅੰਗ ਹੈ ਧੰਨ ਧੰਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਪਾਵਨ ਪਵਿੱਤਰ ਗੁਰਬਾਣੀ ਦਾ, ਬੜਾ ਗਿਆਨ ਮਿਲੇਗਾ। ਫੱਕੜ ਪਿੱਟੇ ਅੰਧ, ਜਦੋਂ ਕ੍ਰੋਧ ਦੀ ਅੱਗ ਲੱਗੀ ਹੁੰਦੀ ਏ, ਅੰਨਾ ਹੋਇਆ ਅੱਖਾਂ ਤੋਂ, ਅੱਖਾਂ ਲਾਲ ਹੋ ਜਾਂਦੀਆਂ ਨੇ, ਬਦ ਜ਼ਬਾਨੀ ਕਰਦਾ ਹੈ, ਜ਼ਬਾਨ ਤੋਂ ਭੁੱਲ ਜਾਂਦਾ ਹੈ ਅਕਾਲ ਪੁਰਖ ਵਾਹਿਗੁਰੂ ਜੀ ਨੂੰ, ਆਪਣੇ ਪਰਮੇਸ਼ਰ ਜੀ ਨੂੰ। ਇਹ ਜੀਭ ਤਾਂ ਮੈਨੂੰ ਦਿੱਤੀ ਹੈ ਨਾਮ ਜਪਣ ਵਾਸਤੇ, ਸਿਮਰਨ ਕਰਨ ਵਾਸਤੇ, ਤੇ ਮੈਂ ਇਸ ਜੀਭਾ ਨਾਲ ਕੀ ਕਹਿ ਰਿਹਾ ਹਾਂ। ਕ੍ਰੋਧ ਵਿੱਚ ਅੰਨਾ ਹੋਇਆ ਇਹ ਮਨ ਖੁਆਰ ਹੁੰਦਾ ਹੈ, ਬਦ ਜ਼ਬਾਨੀ ਕਰਦਾ ਹੈ, ਨਹੀਂ ਕਰਨੀ ਚਾਹੀਦੀ। ਸਤਿਗੁਰੂ ਜੀ ਸਮਝਾਉਂਦੇ ਹਨ, ਐ ਮਨਾਂ ਡਰ ਉਸ ਪਰਮਾਤਮਾ ਤੋਂ ਜਿਸ ਨੇ ਤੈਨੂੰ ਇਹ ਜੀਭਾ ਦਿੱਤੀ ਹੈ ਮਿੱਠਾ ਬੋਲਣ ਵਾਸਤੇ। ਮਿੱਠ ਬੋਲੜਾ ਜੀ ਹਰ ਸੱਜਣ ਸੁਆਮੀ ਮੋਰਾ, ਮਿੱਠਤ ਨੀਵੀਂ ਨਾਨਕਾ ਗੁਣ ਚੰਗਿਆਈਆਂ ਤਤ। ਹਮੇਸ਼ਾ ਮਿੱਠਾ ਬੋਲੋ, ਕਿਉਂਕਿ ਸਾਡੇ ਅਕਾਲ ਪੁਰਖ ਵਾਹਿਗੁਰੂ ਜੀ ਮਿੱਠ ਬੋਲੜੇ ਹਨ। ਧੁਰੋਂ ਆਈ ਹੋਈ ਗੁਰਬਾਣੀ ਜਿਹੜੀ ਹੈ ਉਹ ਵੀ ਮਿੱਠੀ ਹੈ। ਅੰਮ੍ਰਿਤ ਬਾਣੀ ਗੁਰ ਕੀ ਮਿੱਠੀ, ਅੰਮ੍ਰਿਤ ਬਾਣੀ ਸਤਿਗੁਰਾਂ ਦੀ ਮਿੱਠੀ ਹੈ। ਭਾਗਾਂ ਵਾਲੇ ਹਨ ਜਿਹੜੇ ਇਸ ਜੀਭਾ ਦੇ ਨਾਲ, ਰਸਨਾ ਦੇ ਨਾਲ ਅੰਮ੍ਰਿਤ ਰੂਪੀ ਪਵਿੱਤਰ ਪਾਵਨ ਗੁਰਬਾਣੀ ਨੂੰ ਪੜ੍ਹਦੇ ਹਨ, ਇਹਨਾਂ ਕੰਨਾਂ ਦੇ ਨਾਲ ਸਰਵਣ ਕਰਦੇ ਹਨ, ਉਹਨਾਂ ਦੇ ਮਨ ਨੂੰ ਰਾਹ ਲੱਭ ਜਾਂਦੇ ਹਨ। ਚੁੱਪੈ ਚੰਗਾ ਨਾਨਕਾ, ਚੁੱਪੈ ਚੰਗਾ ਨਾਨਕਾ। ਧੰਨ ਗੁਰੂ ਨਾਨਕ ਸਾਹਿਬ ਜੀ ਦੀ ਪਾਵਨ ਗੁਰਬਾਣੀ ਦਾ ਸ਼ਬਦ ਹੈ। ਹੁਕਮ ਕਰਦੇ ਹਨ, ਚੁੱਪ ਚੰਗੀ ਹੈ, ਮਨਾਂ ਲਿਵਲਾਈ ਰੱਖਿਆ ਕਰ, ਆਖਿਆ ਕਰ ਸਤਨਾਮ ਸ੍ਰੀ ਵਾਹਿਗੁਰੂ, ਸਤਨਾਮ ਸ੍ਰੀ ਵਾਹਿਗੁਰੂ। ਇਹਨਾਂ ਅੱਗਾਂ ਤੋਂ, ਇਹਨਾਂ ਕ੍ਰੋਧ ਵਾਲੀਆਂ ਥਾਵਾਂ ਤੋਂ ਬਚ ਕੇ ਰਿਹਾ ਕਰ।
ਨਾਮ ਜਪਿਆ ਕਰ ਸਤਨਾਮ ਸ੍ਰੀ ਵਾਹਿਗੁਰੂ। ਚੁੱਪੈ ਚੰਗਾ ਨਾਨਕਾ, ਵੇਣ ਨਾਵੇ। ਜੇ ਨਾਮ ਨਹੀਂ ਜਪੇਗਾ ਇਸ ਜੀਭਾ ਦੇ ਨਾਲ, ਇਸ ਰਸਨਾ ਦੇ ਨਾਲ, ਇੱਕ ਤਾਂ ਇਸ ਰਸਨਾ ਨੂੰ, ਇਸ ਜੀਭਾ ਨੂੰ ਜਿਹੜੀ ਰਸ ਲੈਂਦੀ ਹੈ ਤਾਂ ਰਸਨਾ ਕਹੀਦਾ ਹੈ, ਇਹ ਰੱਜਣ ਵਿੱਚ ਹੀ ਨਹੀਂ ਆਉਂਦੀ। ਨਾ ਅੱਖਾਂ ਰੱਜਣ ਵਿੱਚ ਆਉਂਦੀਆਂ ਹਨ, ਨਾ ਕੰਨ ਰੱਜਣ ਵਿੱਚ ਆਉਂਦੇ ਹਨ, ਨਾ ਨੱਕ ਰੱਜਣ ਵਿੱਚ ਆਉਂਦਾ ਹੈ। ਸਾਦੀ ਜੀਭ ਨਾ ਰੱਜੀਆ ਤੇ ਨਾ ਜੀਭ ਰੱਜਣ ਵਿੱਚ ਆਉਂਦੀ ਹੈ, ਨਿਤ ਨਵੇਂ ਰਸ ਲੈਂਦੀ ਹੈ, ਤਾਈਓ ਇਹਨੂੰ ਰਸਨਾ ਕਹਿ ਦਿੰਦੇ ਹਨ। ਇਹ ਰਸਨਾ ਤੂੰ ਅੰਨ ਰਸ ਰਾਚ ਰਹੀ, ਤੇਰੀ ਪਿਆਸ ਨਾ ਜਾਏ। ਬਿਨਾ ਨਾਮ ਤੋਂ ਰਸਨਾ ਜਪੇ ਨਾ ਨਾਮ, ਤਿਲ ਤਿਲ ਕਰ ਕਟੀਏ। That tongue which does not chant the name of ਵਾਹਿਗੁਰੂ ਜੀ out to be cut out bit by bit, ਟੁਕੜੇ ਟੁਕੜੇ ਦੇ ਹੋ ਜਾਂਦੇ ਨੇ। ਧੰਨ ਗੁਰੂ ਨਾਨਕ ਸਾਹਿਬ ਜੀ ਹੁਕਮ ਕਰਦੇ ਹਨ, ਇਸ ਜੀਭਾ ਦੇ ਨਾਲ ਨਾਮ ਜਪੋ। ਲੱਖਾਂ ਵੀ ਜੀਭਾ ਹੋ ਜਾਣ ਤਾਂ ਵੀ ਨਾਮ ਜਪੋ। ਇੱਕ ਦੋ ਜੀਭੋਂ ਲੱਖ ਹੋਵੇ, ਲੱਖ ਹੋਵੇ ਲੱਖ 20, ਲੱਖ ਲੱਖ ਗੇੜਾ ਆਖੀਐ ਹੈ। ਏਕ ਨਾਮ ਜਗਦੀਸ਼ ਸਤਨਾਮ ਸ੍ਰੀ ਵਾਹਿਗੁਰੂ। ਆਗਿਆ ਕਰਦੇ ਹਨ, ਰੂਪ ਵੱਲ ਨਾ ਤੱਕਿਆ ਕਰੋ, ਆਪਣੇ ਪਰਿਵਾਰ ਦੇ ਰੂਪ ਵੱਲ ਤੱਕਿਆ ਕਰੋ, ਆਪਣੇ ਬੱਚਿਆਂ ਵੱਲ ਤੱਕਿਆ ਕਰੋ, ਕਿਉਂਕਿ ਇਹਦੀ ਕੁੰਡੀ ਨੂੰ ਫੜ ਲਓ। ਰੂਪ ਤੇ ਕਾਮ ਦੀ ਦੋਸਤੀ ਹੈ। ਇਹ ਆਪਣੇ ਧਰਮ ਤੋਂ ਡੇਗਣ ਦੀ ਕੋਸ਼ਿਸ਼ ਕਰਦਾ ਹੈ, ਥਿੜਕਣ ਲੱਗ ਪੈਂਦਾ ਹੈ। ਬਿਹਤਰ ਇਹ ਹੈ, ਧੰਨ ਗੁਰੂ ਨਾਨਕ ਸਾਹਿਬ ਕਹਿੰਦੇ ਹਨ, ਇਹਨਾਂ ਅੱਖਾਂ ਨੂੰ ਆਪਣੇ ਗੁਰੂ ਨਾਲ ਜੋੜ ਕੇ ਰੱਖੋ, ਕਿਉਂਕਿ ਰੂਪ ਤੇ ਕਾਮ ਦੀ ਦੋਸਤੀ ਹੈ। ਬਿਊਟੀ ਐਂਡ ਸੈਕਸੁਅਲ ਡਿਜ਼ਾਇਰ ਆਰ ਫਰੈਂਡਸ। ਬਚ ਕੇ ਰਹੋ ਇਹਨਾਂ ਤੋਂ। ਭੁੱਖੇ ਨੂੰ ਰਸਨਾ ਦੀ, ਰੋਟੀ ਦੀ ਭੁੱਖ ਰਹਿੰਦੀ ਹੈ, ਸਾਧ ਦੀ ਭੁੱਖ ਰਹਿੰਦੀ ਹੈ। ਨੀਂਦਰ ਵਾਲੇ ਨੂੰ ਵਿਚਲ ਉਂਘੈ ਸੌੜ ਪਲੰਗ, ਸੌੜਾ ਮੰਜਾ ਵੀ ਹੋਵੇ, ਝੱਟ ਅੱਖਾਂ ਬੰਦ ਕਰ ਲੈਂਦਾ ਹੈ ਨੀਂਦਰ ਵਾਲਾ, ਜਿਹਨੂੰ ਨੀਂਦਰ ਚੜੀ ਹੋਵੇ। ਕ੍ਰੋਧ ਦਾ ਬਲਿਆ ਹੋਇਆ ਭੌਂਕਦਾ ਹੈ। ਇਹ ਸ਼ਬਦ ਦਾਸ ਨੇ ਤਾਂ ਇਸ ਤਰ੍ਹਾਂ ਬੋਲ ਦਿੱਤਾ ਹੈ, ਲਿਖਿਆ ਹੀ ਇਸੇ ਤਰ੍ਹਾਂ ਹੈ। 1288 ਅੰਗ ਤੇ ਭੌਂਕੈ, ਕੋਪ ਕੁਆਰ ਹੋਏ ਫੱਕੜ ਪਿੱਟੇ ਅੰਧ। ਕ੍ਰੋਧ ਵਿੱਚ ਆ ਕੇ ਬੜਾ ਭੌਂਕਦਾ ਹੈ, ਬੜਾ ਬੋਲਦਾ ਹੈ, ਅੰਧਾ ਹੋ ਜਾਂਦਾ ਹੈ। ਕ੍ਰੋਧਿਤ ਹੋ ਕੇ, ਗੁੱਸੇ ਵਿੱਚ ਆ ਕੇ ਸਤਿਗੁਰੂ ਜੀ ਫਿਰ ਆਗਿਆ ਕਰਦੇ ਹਨ ਕਿ ਮਨਾ ਚੁੱਪ ਕਰ ਜਾਇਆ ਕਰ, ਨਾਮ ਜਪਿਆ ਕਰ। ਉਸ ਘੜੀ ਵਿੱਚ ਵੀ ਜਦੋਂ ਆਲੇ ਦੁਆਲੇ ਅਗਨ ਲੱਗੀ ਹੋਵੇ ਕ੍ਰੋਧ ਦੀ, ਉਹਦੇ ਵਿੱਚ ਹੋਰ ਤੇਲ ਨਾ ਪਾਇਆ ਕਰ। ਆਖਿਆ ਕਰ ਸਤਨਾਮ ਸ੍ਰੀ ਵਾਹਿਗੁਰੂ। ਵਾਹਿਗੁਰੂ ਜੀ ਕਿਰਪਾ ਕਰੋ, ਇਹ ਅਗਨ ਬੁੱਝ ਜਾਵੇ, ਇਹ ਲੜਾਈ ਝਗੜੇ ਮਿਟ ਜਾਣ, ਸ਼ਾਂਤੀ ਵਰਤ ਜਾਵੇ। ਉਸ ਵੇਲੇ ਜਪਿਆ ਕਰ ਮਨਾ ਸਤਨਾਮ ਸ੍ਰੀ ਵਾਹਿਗੁਰੂ ਤੇ ਚੁੱਪ ਹੋ ਜਾਇਆ ਕਰ। ਚੁੱਪੈ ਚੰਗਾ ਨਾਨਕਾ, ਵੇਣ ਨਾਵੇ। ਮੋਹੇ ਗੰਧ। ਬਿਨਾਂ ਨਾਮ ਤੋਂ, ਬਿਨਾਂ ਸਤਨਾਮ ਤੋਂ ਫਿਰ ਜੋ ਜੋ ਬੋਲ ਨਿਕਲਦੇ ਹਨ, ਉਹਨਾਂ ਵਿੱਚੋਂ ਬਦਬੂ ਆਉਂਦੀ ਹੈ, ਕਿਸੇ ਨੂੰ ਵੀ ਨਹੀਂ ਚੰਗੇ ਲੱਗਦੇ। ਸਤਿਗੁਰੂ ਸਮਝਾਉਂਦੇ ਹਨ, ਮਿੱਠਾ ਬੋਲਣਾ ਹੈ। ਸਾਰੀਆਂ ਚੰਗਿਆਈਆਂ ਦਾ ਤੱਤ ਜਿਹੜਾ ਹੈ ਉਹ ਮਿੱਠਤ ਹੈ। ਮਿੱਠਤ ਨੀਵੀਂ ਨਾਨਕਾ,
ਗੁਣ ਚੰਗਿਆਈਆਂ ਤਤ। ਇੱਥੇ ਹੀ ਅੱਜ ਦੀ ਕਥਾ ਸਮਾਪਤ ਹੈ, ਕਿਉਂਕਿ ਸਮੇਂ ਦੇ ਵਿੱਚ ਰਹਿਣਾ ਪੈਂਦਾ ਹੈ। ਜਿਵੇਂ ਜਿਵੇਂ ਮਾਲਕ ਨੇ ਸਮੇਂ ਬੰਨੇ ਹੋਏ ਹਨ, ਉਹਦੇ ਵਿੱਚ ਹੀ ਰਹਿਣਾ ਠੀਕ ਹੈ। ਸੂਰਜ ਵੀ ਆਪਣੇ ਸਮੇਂ ਅਨੁਸਾਰ ਦੁਨੀਆ ਨੂੰ ਚਾਨਣਾ ਦਿੰਦਾ ਹੈ, ਸਮੇਂ ਅਨੁਸਾਰ। ਜਿਵੇਂ ਅਕਾਲ ਪੁਰਖ ਜੀ ਦਾ ਹੁਕਮ ਹੁੰਦਾ ਹੈ, ਆਪਣਾ ਮੂੰਹ ਛਪਾ ਲੈਂਦਾ ਹੈ ਤੇ ਚੰਦਰਮਾ ਦੇ ਘਰ ਚਲਾ ਜਾਂਦਾ ਹੈ। ਸੱਸ ਘਰ ਸੂਰ ਸਮਾਵੇ। ਦਿਨੇ ਜਲ ਬਲ ਰਿਹਾ ਸੀ, ਪਰ ਸ਼ਾਮੀ ਰਾਤ ਨੂੰ ਜਾ ਕੇ ਚੰਦਰਮਾ ਦੇ ਘਰ ਵਿੱਚ ਠਹਿਰ ਗਿਆ। ਦਾਸ ਦਿਲਬਾਗ ਸਿੰਘ। ਗੁਰਬਾਣੀ ਵਿਚਾਰ ਲੀਡਸ UK ਤੋਂ। ਇਹ ਗੁਰੂ ਮਹਾਰਾਜ ਜੀ ਦੇ ਬਚਨ 1288 ਅੰਗ ਤੋਂ ਆਪ ਜੀ ਨੇ ਸਰਵਣ ਕੀਤੇ ਹਨ। ਜੇ ਕੋਈ ਸ਼ਬਦ ਮਨ ਵਿੱਚ ਵਸ ਜਾਵੇ ਤੇ ਸਾਧ ਸੰਗਤ ਜ਼ਿੰਦਗੀ ਨੂੰ ਰਾਹ ਮਿਲ ਜਾਵੇਗਾ। ਕੋਈ ਨਹੀਂ ਇਸ ਵੇਲੇ ਸਮਝਾਉਣ ਵਾਲਾ ਬਿਨਾਂ ਧੰਨ ਗੁਰੂ ਨਾਨਕ ਸਾਹਿਬ ਜੀ ਦੇ ਘਰ ਤੋਂ। ਨਾਨਕ ਕਹਿ ਘਰ ਕੇਵਲ ਨਾਮ। ਇੱਕ ਗੁਰੂ ਨਾਨਕ ਸਾਹਿਬ ਜੀ ਦਾ ਘਰ ਹੈ, ਜਿੱਥੇ ਜਪਿਆ ਜਾਂਦਾ ਹੈ ਸਤਨਾਮ ਸ੍ਰੀ ਵਾਹਿਗੁਰੂ, ਸਤਨਾਮ ਸ੍ਰੀ ਵਾਹਿਗੁਰੂ। ਧੰਨ ਗੁਰੂ ਗ੍ਰੰਥ ਸਾਹਿਬ ਜੀ ਦਾਸ ਨੂੰ ਖਿਮਾ ਕਰ ਦਿਓ, ਬਖਸ਼ ਦਿਓ, ਮੁਆਫ ਕਰ ਦਿਓ। ਸਾਧ ਸੰਗਤ ਰੱਬ ਦਾ ਰੂਪ ਹੈ, ਆਪ ਵੀ ਦਾਸ ਨੂੰ ਖਿਮਾ ਕਰ ਦੇਣ ਦੀ ਕਿਰਪਾਲਤਾ ਕਰੋ ਜੀ। ਸੰਗਤ ਬੜੀ ਵੱਡੀ ਹੈ, ਸੰਗਤ ਵਿੱਚ ਮੇਰੇ ਵਾਹਿਗੁਰੂ ਜੀ ਵਸਦੇ ਹਨ। ਭੁੱਲਾਂ ਖਿਮਾ ਕਰ ਦੇਣੀਆਂ। ਅੱਗੋਂ ਜੇ ਸਤਿਗੁਰੂ ਕਿਰਪਾ ਕਰਨਗੇ, ਕਿਉਂਕਿ ਹੁਕਮ ਦੇ ਅੰਦਰ ਹੈ ਸਭ ਕੁਝ। ਹੁਕਮ ਅੰਦਰ ਸਭ ਕੋ, ਬਾਹਰ ਹੁਕਮ ਨਾ ਕੋਏ। ਜੋ ਕੁਝ ਵੀ ਹੋ ਰਿਹਾ ਹੈ ਹੁਕਮ ਦੇ ਵਿੱਚ ਹੋ ਰਿਹਾ ਹੈ। ਹੁਕਮ ਵਿੱਚ ਰਹਿਣਾ ਹੈ, ਹੁਕਮ ਨੂੰ ਮੰਨਣਾ ਹੈ। ਆ ਜਿਹੜੇ ਬਚਨ ਅੱਜ ਕੀਤੇ ਹਨ, ਜੇ ਚੁੱਪ ਵੀ ਰਹਿਣਾ ਪਵੇ, ਬਸ ਨਾਮ ਜਪਦੇ ਰਹਿਣਾ ਹੈ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।